सत श्री अकाल मेरे प्यारे बच्चों मैं मैडम श्वेता सरकारी प्राइमरी स्कूल ਚੱਕ ਰਾਓ ਕੇ ਹਿਥਾੜ ਤੋਂ ਅੱਜ ਤੁਹਾਨੂੰ ਆਪਣੇ ਦੇਸ਼ ਦੇ ਮਹਾਨ ਵੀਰ ਯੋਧਾ ਅਤੇ ਆਜ਼ਾਦੀ ਘੁਲਾਟੀਏ ਬਾਰੇ ਜਾਣਕਾਰੀ ਦੇਵਾਂਗੀ ਜਿਨ੍ਹਾਂ ਦਾ ਨਾਮ ਤੁਸੀਂ ਪੜ੍ਹਿਆ ਵੀ ਹੋਣਾ ਤੇ ਸੁਣਿਆ ਵੀ ਹੋਣਾ ਹੈ। ਤਾਂ ਉਹ ਹਨ ਸ਼ਹੀਦ ਭਗਤ ਸਿੰਘ ਜੀ। ਤਾਂ ਬੱਚਿਓ ਇਹਨਾਂ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਣਾ ਹੈ ਕਿਉਂਕਿ ਇਹ ਬਹੁਤ ਹੀ ਵੱਡੇ ਆਜ਼ਾਦੀ ਘੁਲਾਟੀਏ ਸਨ। ਹਾਂਜੀ ਬੱਚਿਓ, ਸਭ ਤੋਂ ਪਹਿਲਾਂ ਆਓ ਇਹਨਾਂ ਦੇ ਜੀਵਨ ਤੇ ਝਲਕ ਮਾਰੀਏ। ਤਾਂ ਬੱਚਿਓ ਸ਼ਹੀਦ ਭਗਤ ਸਿੰਘ ਜੀ ਦਾ ਜਨਮ 28 ਸਤੰਬਰ 1907 ਈਸਵੀ ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ ਵਿਖੇ ਹੋਇਆ। ਬੱਚਿਓ ਇਹਨਾਂ ਦਾ ਜੱਦੀ ਘਰ ਨਵਾਂ ਸ਼ਹਿਰ ਜ਼ਿਲ੍ਹੇ ਦੇ ਖਟਕਲ ਕਲਾਂ ਪਿੰਡ ਵਿੱਚ ਸਥਿਤ ਹੈ। ਆਹ ਦੇਖੋ ਬੱਚਿਓ, ਆਹ ਹੈ ਇਹਨਾਂ ਦਾ ਜੱਦੀ ਘਰ। ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਕਿਸ਼ਨ ਸਿੰਘ ਜੋ ਕਿ ਇੱਕ ਸਮਾਜ ਸੇਵਕ ਸਨ ਤੇ ਮਾਤਾ ਜੀ ਦਾ ਨਾਮ ਵਿਦਿਆਵਤੀ ਜਿਨ੍ਹਾਂ ਨੂੰ ਰਾਜ ਮਾਤਾ ਜਾਂ ਪੰਜਾਬ ਕੌਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹਨਾਂ ਜੀ ਦੇ ਦਾਦਾ ਜੀ ਦਾ ਨਾਮ ਅਰਜਨ ਸਿੰਘ ਜੀ ਜੋ ਕਿ ਯੂਨਾਨ ਹਿਕਮਤ ਦੇ ਮਾਹਿਰ ਸਨ ਤੇ ਦਾਦੀ ਜੀ ਦਾ ਨਾਮ ਜੈ ਕੌਰ ਜੋ ਕਿ ਤਿਆਗੀ ਭਾਵਨਾ ਵਾਲੀ ਸੀ। ਇਹਨਾਂ ਦੇ ਚਾਚਾ ਜੀ ਦਾ ਨਾਮ ਅਜੀਤ ਸਿੰਘ ਤੇ ਸਵਰਨ ਸਿੰਘ ਜੀ ਸੀ। ਤਾਂ ਬੱਚੋ ਇਹਨਾਂ ਦਾ ਪਰਿਵਾਰ ਕ੍ਰਾਂਤੀਕਾਰੀ ਤੇ ਸਿਆਸੀ ਤੌਰ ਤੇ ਸਰਗਰਮ ਸੀ। ਇਹ ਹੈ ਇਹਨਾਂ ਦਾ ਜੀਵਨ। ਹੁਣ ਆਪਾਂ ਇਹਨਾਂ ਦੀ ਸਿੱਖਿਆ ਤੇ ਝਾਤ ਮਾਰਾਂਗੇ। ਤਾਂ ਬੱਚੋ ਇਹਨਾਂ ਦੀ ਮੁੱਢਲੀ ਸਿੱਖਿਆ ਲਾਇਲਪੁਰ ਦੇ ਪ੍ਰਾਇਮਰੀ ਸਕੂਲ ਵਿੱਚ ਹੋਈ। ਬਾਅਦ ਵਿੱਚ DAV ਕਾਲਜ ਲਾਹੌਰ ਦੇ ਵਿੱਚ ਇਹਨਾਂ ਨੇ ਦਾਖਲਾ ਲੈ ਲਿਆ। ਇਹਨਾਂ ਨੂੰ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦਾ ਸ਼ੌਂਕ ਸੀ। ਇਹ ਲੈਨਿਨਵਾਦੀ ਮਾਰਕਸਵਾਦੀ ਵਿਚਾਰਾਂ ਵਿੱਚ ਬਹੁਤ ਵਿਸ਼ਵਾਸ ਰੱਖਦੇ ਸਨ। ਬੱਚਿਓ ਇਹਨਾਂ ਨੂੰ ਅੰਗਰੇਜ਼ੀ ਉਰਦੂ ਤੇ ਸੰਸਕ੍ਰਿਤ ਭਾਸ਼ਾਵਾਂ ਦਾ ਬਹੁਤ ਗਿਆਨ ਸੀ। ਉਰਦੂ ਵਿੱਚ ਤਾਂ ਇਹਨਾਂ ਦੀ ਵਿਸ਼ੇਸ਼ ਮੁਹਾਰਤ ਹਾਸਲ ਸੀ। 1923 ਵਿੱਚ ਲਾਹੌਰ ਦੇ ਨੈਸ਼ਨਲ ਕਾਲਜ ਦੇ ਵਿੱਚ ਇਹਨਾਂ ਨੇ ਦਾਖਲਾ ਲਿਆ ਜਿੱਥੇ ਹਿੰਦੀ ਸਾਹਿਤ ਸੰਮੇਲਨ ਦੁਆਰਾ ਕਰਵਾਇਆ ਨਿਬੰਧ ਮੁਕਾਬਲਾ ਇਹਨਾਂ ਨੇ ਜਿੱਤਿਆ। ਬੱਚਿਓ ਇਹ ਨਿਬੰਧ ਭਗਤ ਸਿੰਘ ਜੀ ਨੇ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਹੀ ਉਚਾਰਿਆ ਸੀ। ਉਸ ਸਮੇਂ ਸੁਖਦੇਵ ਅਤੇ ਰਾਜਗੁਰੂ ਇਹਨਾਂ ਦੇ ਸਾਥੀ ਮਿੱਤਰ ਸਨ ਔਰ ਇਹਨਾਂ ਦੀ ਦੋਸਤੀ ਇੰਨੀ ਕੁ ਗਹਿਰੀ ਸੀ ਜੋ ਕਿ ਅੰਤਿਮ ਸਾਹਾਂ ਤੱਕ ਇਕੱਠੀ ਹੀ ਚੱਲਦੀ ਰਹੀ। ਇਸ ਤੋਂ ਬਾਅਦ ਇਹਨਾਂ ਨੇ ਨੌਜਵਾਨ ਭਾਰਤ ਸਭਾ ਦੀ ਨੀਂਹ ਰੱਖੀ। ਤਾਂ ਚਲੋ ਹੁਣ ਆਪਾਂ ਨੌਜਵਾਨ ਭਾਰਤ ਸਭਾ ਬਾਰੇ ਚਰਚਾ ਕਰਾਂਗੇ। ਤਾਂ ਬੱਚਿਓ 1926 ਈਸਵੀ ਦੇ ਵਿੱਚ ਇਹਨਾਂ ਨੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਉਸ ਸਮੇਂ ਭਗਤ ਸਿੰਘ ਜੀ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਵਿੱਚ ਦਾਖਲ ਹੋਏ ਤੇ ਚੰਦਰ ਸ਼ੇਖਰ ਆਜ਼ਾਦ ਰਾਮ ਪ੍ਰਸਾਦ ਬਿਸਮਿਲ ਅਸ਼ਫਾਕ ਉੱਲਾ ਖਾਨ ਇਸ ਪਾਰਟੀ ਦੇ ਲੀਡਰ ਸਨ। ਹੁਣ ਆਪਾਂ ਇਹਨਾਂ ਦੇ ਆਦਰਸ਼ਾਂ ਅਤੇ ਵਿਚਾਰਾਂ ਬਾਰੇ ਚਰਚਾ ਕਰਾਂਗੇ। ਤਾਂ ਬੱਚਿਓ ਭਗਤ ਸਿੰਘ ਜੀ ਕਰਤਾਰ ਸਿੰਘ ਸਰਾਭਾ ਜੀ ਨੂੰ ਆਪਣਾ ਆਦਰਸ਼ ਮੰਨਦੇ ਸਨ ਜੋ ਕਿ ਸਭ ਤੋਂ ਛੋਟੀ ਉਮਰ ਦੇ ਆਜ਼ਾਦੀ ਘੁਲਾਟੀਏ ਤੇ ਸ਼ਹੀਦ ਸਨ। ਬੱਚਿਓ ਭਗਤ ਸਿੰਘ ਜੀ ਜਦੋਂ 9 ਸਾਲ ਦੇ ਸੀ ਤਾਂ ਉਸ ਸਮੇਂ ਕਰਤਾਰ ਸਿੰਘ ਸਰਾਭਾ ਜੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਤੇ ਕਰਤਾਰ ਸਿੰਘ ਸਰਾਭਾ ਜੀ ਜੋ ਕਿ ਗਦਰ ਪਾਰਟੀ ਦੇ ਸੰਸਥਾਪਕ ਸਨ ਤੇ ਜਿੱਥੋਂ ਤੱਕ ਆਪਾਂ ਗਾਂਧੀਵਾਦੀ ਵਿਚਾਰਾਂ ਦਾ ਗੱਲ ਕਰੀਏ ਤਾਂ ਭਗਤ ਸਿੰਘ ਜੀ ਗਾਂਧੀਵਾਦੀ ਵਿਚਾਰਾਂ ਦੇ ਖਿਲਾਫ ਸਨ। ਉਹਨਾਂ ਦਾ ਕਹਿਣਾ ਸੀ ਕਿ ਨਾ ਮਿਲਵਰਤਨ ਅੰਦੋਲਨ ਤੋੜ ਦਿੱਤੇ ਜਾਣ ਤੇ ਧਾਰਮਿਕ ਵਿਚਾਰਾਂ ਦਾ ਬਾਈਕਾਟ ਕੀਤਾ ਜਾਏ। ਹੁਣ ਆਪਾਂ ਇਹਨਾਂ ਦੀਆਂ ਇਨਕਲਾਬੀ ਗਤੀਵਿਧੀਆਂ ਬਾਰੇ ਚਰਚਾ ਕਰਾਂਗੇ। ਤਾਂ ਬੱਚਿਓ 1928 ਈਸਵੀ ਵਿੱਚ ਸਾਈਮਨ ਕਮਿਸ਼ਨ ਭਾਰਤ ਆਇਆ ਸੀ। 30 ਅਕਤੂਬਰ 1928 ਵਿੱਚ ਇਹ ਕਮਿਸ਼ਨ ਲਾਹੌਰ ਪੁੱਜਿਆ। ਤਾਂ ਉਸ ਸਮੇਂ ਲਾਹੌਰ ਦੇ ਵਿੱਚ ਮਾਹੌਲ ਬਹੁਤ ਗਰਮ ਸੀ, ਲਾਠੀ ਚਾਰਜ ਚੱਲ ਰਿਹਾ ਸੀ ਤੇ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਦੂਜੇ ਪਾਸੇ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਕਰਕੇ 17 ਨਵੰਬਰ 1928 ਵਿੱਚ ਉਹਨਾਂ ਦੀ ਸ਼ਹੀਦੀ ਹੋ ਗਈ, ਉਹਨਾਂ ਦੀ ਮੌਤ ਹੋ ਗਈ। ਤਾਂ ਭਗਤ ਸਿੰਘ ਜੀ ਨੇ ਉਹਨਾਂ ਦੀ ਇਸ ਮੌਤ ਦਾ ਬਦਲਾ ਲੈਣ ਬਾਰੇ ਯੋਜਨਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਅਸੈਂਬਲੀ ਘਟਨਾ ਹੋਈ। ਤਾਂ ਹੁਣ ਆਪਾਂ ਅਸੈਂਬਲੀ ਘਟਨਾ ਬਾਰੇ ਪੜ੍ਹਾਂਗੇ। ਸੰਨ 1929 ਵਿੱਚ ਭਗਤ ਸਿੰਘ ਤੇ
ਸਾਥੀਆਂ ਨੇ ਇੱਕ ਨਾਟਕੀ ਐਕਟ ਦਾ ਪ੍ਰਸਤਾਵ ਪੇਸ਼ ਕਰਤਾ। ਭਗਤ ਸਿੰਘ ਨੇ ਵਿਧਾਨ ਸਭਾ ਦੇ ਅੰਦਰ ਬੰਬ ਵਿਸਫੋਟ ਕਰਨ ਦੀ ਯੋਜਨਾ ਬਣਾਈ। ਇਸ ਦਾ ਸਿਰਫ ਇੱਕ ਹੀ ਉਦੇਸ਼ ਸੀ, ਅੰਗਰੇਜ਼ੀ ਹਕੂਮਤ ਦਾ ਵਿਰੋਧ ਕਰਨਾ। ਇਹ ਵਿਸਫੋਟ ਨਕਲੀ ਧਮਾਕਾ ਸੀ, ਕਿਉਂਕਿ ਇਹ ਸੋਚੀ ਸਮਝੀ ਇੱਕ ਸਾਜ਼ਿਸ਼ ਸੀ, ਕਿਉਂਕਿ ਉਹ ਖੂਨ ਖਰਾਬੇ ਦੇ ਬਿਲਕੁਲ ਵੀ ਹੱਕ ਵਿੱਚ ਨਹੀਂ ਸਨ। ਪਰੰਤੂ ਆਪਣੇ ਆਪ ਨੂੰ ਇਹਨਾਂ ਨੇ ਗ੍ਰਿਫਤਾਰ ਕਰਵਾ ਲਿਆ ਇਹ ਵਿਸਫੋਟ ਕਰਕੇ, ਤੇ ਅਖੀਰ 64 ਦਿਨਾਂ ਦੇ ਲਗਭਗ ਭੁੱਖ ਹੜਤਾਲ ਵੀ ਇਹਨਾਂ ਨੇ ਕੀਤੀ ਤੇ ਅਖੀਰ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਤਾਂ ਬੱਚਿਓ, ਜਦੋਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ ਪੁਲਿਸ ਅਧਿਕਾਰੀ ਭਗਤ ਸਿੰਘ ਜੀ ਨੂੰ ਫਾਂਸੀ ਦੇ ਲਈ ਲੈਣ ਆਏ, ਤਾਂ ਉਸ ਸਮੇਂ ਇਹ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ, ਕਿਉਂਕਿ ਲੈਨਿਨਵਾਦੀ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸਨ ਤੇ ਲੈਨਿਨ ਦੀ ਇਹ ਜੀਵਨੀ ਪੜ੍ਹ ਰਹੇ ਸਨ। ਤੇ ਕਿਤਾਬ ਦਾ ਪੰਨਾ ਮੋੜ ਕੇ ਭਗਤ ਸਿੰਘ ਜੀ ਪੁਲਿਸ ਅਧਿਕਾਰੀ ਨਾਲ ਚੱਲ ਪਏ। ਤਾਂ ਬੱਚਿਓ, ਉਹ ਜਿਹੜਾ ਕਿਤਾਬ ਦਾ ਪੰਨਾ ਮੁੜਿਆ ਹੋਇਆ ਸੀ, ਉਹ ਇੰਜ ਕਹਿ ਰਿਹਾ ਸੀ ਕਿ ਜਿਵੇਂ ਸੰਘਰਸ਼ ਹਾਲੇ ਅਧੂਰਾ ਹੈ, ਜੋ ਆਉਣ ਵਾਲੀ ਪੀੜ੍ਹੀ ਹੀ ਪੂਰਾ ਕਰ ਸਕਦੀ ਹੈ। ਤਾਂ ਇਸ ਤੋਂ ਬਾਅਦ ਇਹਨਾਂ ਨੂੰ ਫਾਂਸੀ ਸੁਣਾਈ ਗਈ। ਤਾਂ ਬੱਚਿਓ, ਦਿੱਲੀ ਦੀ ਅਦਾਲਤ ਵਿੱਚ ਫਿਰ ਇਹਨਾਂ ਨੂੰ ਪੇਸ਼ ਕੀਤਾ ਗਿਆ ਤੇ 23 ਮਾਰਚ 1931 ਈਸਵੀ ਨੂੰ ਨਿਰਧਾਰਿਤ ਸਮੇਂ ਤੋਂ ਇੱਕ ਦਿਨ ਪਹਿਲਾਂ ਭਗਤ ਸਿੰਘ ਅਤੇ ਉਹਨਾਂ ਦੇ ਦੋ ਸਾਥੀਆਂ ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦਿੱਤੀ ਗਈ। ਉਸ ਸਮੇਂ ਭਗਤ ਸਿੰਘ ਜੀ ਦੀ ਉਮਰ 23 ਸਾਲ 5 ਮਹੀਨੇ ਤੇ 27 ਦਿਨਾਂ ਦੀ ਸੀ ਤੇ ਇਹ ਇਨਕਲਾਬ ਦੇ ਨਾਅਰੇ ਲਗਾ ਕੇ ਫਾਂਸੀ ਤੇ ਤਿੰਨੋਂ ਸਾਥੀ ਲਟਕ ਗਏ। ਇੱਕ ਸ਼ੇਰ ਇਹਨਾਂ ਦੇ ਲਈ, ਦਿਲ में निकलेगी ना मर कर भी वतन की उल्फत, दिल में निकलेगी ना मर कर भी वतन की उल्फत, मेरी मिट्टी से भी खुशबूए वतन आएगी। सो ਇਸ ਤੋਂ ਬਾਅਦ ਇਹਨਾਂ ਦੀਆਂ ਲਾਸ਼ਾਂ ਨੂੰ ਲਾਹੌਰ ਲਾਗੇ ਫਿਰੋਜ਼ਪੁਰ ਤੇ ਨੇੜੇ ਹੁਸੈਨੀਵਾਲਾ ਸਤਲੁਜ ਦਰਿਆ ਦੇ ਕੰਢੇ ਤੇ ਜਲਾ ਦਿੱਤਾ ਗਿਆ ਤੇ ਇਹਨਾਂ ਦੀਆਂ ਅੱਧ ਜਲੀਆਂ ਲਾਸ਼ਾਂ ਨੂੰ ਅੰਗਰੇਜ਼ਾਂ ਨੇ ਸਤਲੁਜ ਦਰਿਆ ਦੇ ਵਿੱਚ ਸੁੱਟ ਦਿੱਤਾ। ਤਾਂ ਬੱਚਿਓ, ਸੱਚ ਇਹਨਾਂ ਦੀ ਕੁਰਬਾਨੀ ਬਾਰੇ ਪੜ੍ਹ ਕੇ ਅੱਜ ਵੀ ਅੱਖਾਂ ਨਮ ਹੁੰਦੀਆਂ ਹਨ ਅਤੇ ਹੈਰਾਨੀ ਹੁੰਦੀ ਹੈ ਕਿ ਇਹ ਕਿਸ ਮਿੱਟੀ ਦੇ ਬਣੇ ਹੋਏ ਇਨਸਾਨ ਸਨ, ਜਿਨ੍ਹਾਂ ਨੇ ਛੋਟੀ ਉਮਰ ਵਿੱਚ ਅੰਗਰੇਜ਼ੀ ਹਕੂਮਤ ਦੇ ਜਬਰਾਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ, ਕਾਲੇ ਪਾਣੀਆਂ ਦੀ ਸਜ਼ਾ ਚੱਲੀ, ਜੇਲ੍ਹਾਂ ਵਿੱਚ ਆਪਣੇ ਤਨ ਗਾਲੇ ਅਤੇ ਜਦੋਂ ਆਤਮ ਬਲੀਦਾਨ ਦਾ ਸਮਾਂ ਆਇਆ ਤਾਂ ਹੱਸ ਕੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ। ਤਾਂ ਬੱਚਿਓ, ਇਹ ਹੈ ਝਲਕ ਸ਼ਹੀਦ ਭਗਤ ਸਿੰਘ ਜੀ ਬਾਰੇ। ਇਹੀ ਤੁਹਾਡਾ ਅੱਜ ਦਾ ਘਰ ਦਾ ਕੰਮ ਹੈ। ਤਾਂ ਤੁਸੀਂ ਸ਼ਹੀਦ ਭਗਤ ਸਿੰਘ ਜੀ ਬਾਰੇ ਲਿਖਣਾ ਤੇ ਚੰਗੀ ਤਰ੍ਹਾਂ ਯਾਦ ਕਰਨਾ ਹੈ। ਧੰਨਵਾਦ।